ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਅਰਥ ਵਿਚਾਰ ਲਈ ਨਿਯਮ ਜੋ ਵਿਸ਼ਾ ਅਸੀਂ ਆਰੰਭ ਕੀਤਾ ਸੀ, ਅੱਜ ਉਸ ਦਾ ਅਸੀਂ ਆਖਰੀ ਵਿਸ਼ਾ ਨਿਭਾਵਾਂਗੇ। ਉਂਝ ਤਾਂ ਗੁਰਬਾਣੀ ਵਿਆਕਰਨ ਦੇ ਹੋਰ ਬੇਅੰਤ ਬਹੁਤ ਨਿਯਮ ਹਨ, ਪਰ ਉਹ ਆਮ ਵਿਅਕਤੀ ਲਈ ਇਤਨੇ ਜ਼ਿਆਦਾ ਲਾਭਦਾਇਕ ਨਹੀਂ ਜਿਤਨੇ ਕਿ ਅਰਥ ਵਿਚਾਰ ਕਰਨ ਵਾਲੇ ਕਥਾਵਾਚਕਾਂ ਲਈ, ਵਿਚਾਰਵਾਨਾਂ ਲਈ ਹਨ। ਇਸ ਲਈ ਮੈਂ ਕੇਵਲ ਕੁਝ ਕੁ ਨਿਯਮ ਜਿਹੜੇ ਕਿ ਆਮ ਗੁਰਸਿੱਖ ਨੂੰ, ਆਮ ਪਾਠੀ ਨੂੰ ਪਤਾ ਹੋਣੇ ਚਾਹੀਦੇ ਨੇ, ਉਹਨਾਂ ਵਿਸ਼ਿਆਂ ਨੂੰ ਹੀ ਛੇੜਿਆ ਸੀ ਇੱਥੇ। ਤੋ ਅੱਜ ਅਸੀਂ ਆਖਰੀ ਵਿਸ਼ਾ ਇਹ ਦੇਖਾਂਗੇ ਜਿਹਦੇ ਵਿੱਚ ਉਚਾਰਨ ਦੀ ਗੱਲ ਹੈ। ਜਦੋਂ ਕਰਤਾ ਉਤਮ ਪੁਰਖ ਬਹੁਵਚਨ ਹੋਵੇ, ਕਰਤਾ ਭਾਵ ਜੋ ਮੁੱਖ ਉਸ ਪੰਕਤੀ ਵਿੱਚ ਜਿਸ ਨੂੰ ਕਰਤਾ ਬਣਾਇਆ ਗਿਆ ਹੈ, ਜਦੋਂ ਕਰਤਾ ਉਤਮ ਪੁਰਖ ਯਾਨੀ ਪਹਿਲਾ ਪੁਰਖ ਹੋਵੇ, ਬਹੁਵਚਨ ਹੋਵੇ ਅਤੇ ਉਸ ਦੀ ਵਰਤਮਾਨ ਕਾਲ ਵਾਲੀ ਕਿਰਿਆ ਜਿਹੜੀ ਉਸ ਦੇ ਨਾਲ ਕਿਰਿਆ ਵਾਲਾ ਸ਼ਬਦ ਦਰਜ ਹੈ, ਉਹ ਅਗਰ ਆਖਿਰ 'ਤੇ ਹਾ ਮੁਕਤਾ ਹੈ ਤਾਂ ਉਸ ਦਾ ਉਚਾਰਨ ਇਵੇਂ ਹੋਵੇਗਾ, ਕਿਉਂਕਿ ਉਹ ਬਹੁਵਚਨ ਦੇ ਅਰਥ ਦਿੰਦਾ। ਉਸ ਦਾ ਉਚਾਰਨ ਇਵੇਂ ਹੋਵੇਗਾ ਜਿਵੇਂ ਹਾ ਦੇ ਪਿੱਛੇ ਸਿਆਰੀ ਲੱਗ ਕੇ ਉੱਪਰ ਬਿੰਦੀ ਲੱਗੀ ਹੋਵੇ, ਇਸ ਤਰ੍ਹਾਂ ਦਾ ਉਚਾਰਨ ਹੋਵੇਗਾ। ਜਿਵੇਂ ਕਿ ਤਿੰਨ ਹਮ ਚਰਨ ਸਰੇਵੇਂ ਖਿਨ ਖਿਨ ਪੱਗ ਧੋਵੇਂ ਜਿਨ ਹਰ ਮੀਠ ਲਗਾਣ ਜੀਓ। ਇੱਥੇ ਤਿੰਨ ਹਮ ਚਰਨ ਸਰੇਵੇਂ, ਉਹਨਾਂ ਦੇ ਅਸੀਂ ਚਰਨ ਸੇਵਦੇ ਹਾਂ, ਬਹੁਵਚਨ ਹੈ। ਸਰੇਵੇਂ ਉੱਚ ਅਤੇ ਇਹਦਾ ਲਿਖਤ ਰੂਪ ਹੈ ਸੱਸਾ ਰਾਰੇ ਨੂੰ ਲਾਉਂ ਤੇ ਵੱਵਾ ਹਾ ਮੁਕਤਾ, ਪਰ ਅਸੀਂ ਜਿਹਦਾ ਉਚਾਰਨ ਕਰਨਾ ਤਾਂ ਹਾਏ ਨੂੰ ਸਿਆਰੀ ਲੱਗੀ ਬਿੰਦੀ ਵਾਂਗ ਉਚਾਰਨ ਕਰਨਾ। ਸਰੇਵੇਂ ਸਰੇਵਦੇ ਹਾਂ। ਖਿਨ ਖਿਨ ਪੱਗ ਧੋਵੇਂ, ਧੋਵੇਂ ਦਾ ਲਿਖਤ ਰੂਪ ਹੈ ਤੱਦਾ ਉੱਪਰ ਹੋੜਾ ਵੱਵਾ ਤੇ ਹਾਹਾ। ਤੋ ਇਹ ਜਿਹੜਾ ਹਾਹਾ ਮੁਕਤਾ ਹੈ, ਪਰ ਇਸ ਨੂੰ ਇਸ ਤਰ੍ਹਾਂ ਉਚਾਰਨ ਕਰਨਾ ਜਿਵੇਂ ਸਿਆਰੀ ਲੱਗੀ ਹੋਵੇ ਹਾਹੇ ਦੇ ਪਿੱਛੇ ਅਤੇ ਉੱਤੇ ਬਿੰਦੀ ਦਾ ਉਚਾਰਨ ਹੋਵੇਗਾ। ਧੋਵੇਂ ਅਸੀਂ ਧੋਂਦੇ ਹਾਂ, ਜਿਨ ਹਰ ਮੀਠ ਲਗਾਣ ਜੀਓ। ਇਸ ਤਰ੍ਹਾਂ ਪੰਕਤੀ ਹੈ ਸੋ ਹਮ ਕरें ਜੋ ਆਪ ਕਰਾਏ, 494 ਪੰਨੇ 'ਤੇ। ਪਹਿਲੀ ਪੰਕਤੀ 446 ਪੰਨੇ 'ਤੇ। ਸੋ ਹਮ ਕरें ਜੋ ਆਪ ਕਰਾਏ, ਪਰਮਾਤਮਾ ਜੋ ਸਾਨੂੰ ਕੋਲੋਂ ਕਰਾਉਂਦਾ ਹੈ ਅਸੀਂ ਉਹੀ ਕੁਝ ਕਰਦੇ ਹਾਂ। ਬਹੁਤ ਸਾਰਾ ਕਰਮਾਂ ਦੀ ਗੱਲ ਹੈ, ਕਰਦੇ ਹਾਂ, ਕरें। ਤੋ ਇੱਥੇ ਉਚਾਰਨ ਇੱਥੇ ਲਿਖਿਆ ਹੋਇਆ ਕੱਕਾ ਰਾਰਾ ਹਾ, ਪਰ ਅਸੀਂ ਇਹਦਾ ਉਚਾਰਨ ਇਵੇਂ ਕਰਨਾ ਹੈ ਜਿਵੇਂ ਹਾਏ ਪਿੱਛੇ ਸਿਆਰੀ ਉੱਪਰ ਬਿੰਦੀ ਲਗਾ ਕੇ ਕरें। ਸੋ ਹਮ ਕरें ਜੋ ਆਪ ਕਰਾਏ। ਇਵੇਂ ਪੰਕਤੀ ਹੈ 635 ਪੰਨੇ ਦੇ। ਜਿਉਂ ਚਲਾਏ ਤਿਉਂ ਚਾਲੇ ਪਾਈ ਹੋਰ ਕਿਆ ਕੋ ਕਰੇ ਚਤੁਰਾਈ। ਜਿਉਂ ਚਲਾਏ ਤਿਉਂ ਚਾਲੇ, ਜਿਵੇਂ ਪਰਮਾਤਮਾ ਸਾਨੂੰ ਤੋਰਦਾ ਹੈ ਸੰਸਾਰ ਵਿੱਚ, ਜੈਸਾ ਜੀਵਨ ਜਾਚ ਵੈਸੇ ਹੀ ਅਸੀਂ ਚਾਲ ਚੱਲਦੇ ਹਾਂ। ਚਾਲੇ ਚਾਲੇ ਦੇ ਚਾ ਚੱਚਾ ਕੰਨਾ ਲੱਲਾ ਹਾਹਾ ਬਿਨਾਂ ਸਿਆਰੀ, ਬਿਨਾਂ ਕਿਸੇ ਮਾਤਰਾ ਦੇ ਹੈ, ਮੁਕਤਾ ਹਾ ਹੈ। ਤੋ ਇੱਥੇ ਚਾਲੇ ਦੇ ਅੱਗੇ ਹਾ ਦੇ ਪਿੱਛੇ ਸਿਆਰੀ ਅਤੇ ਉੱਤੇ ਬਿੰਦੀ ਦਾ ਉਚਾਰਨ ਕਰਕੇ ਚਾਲੇ ਚੱਲਦੇ ਹਾਂ ਬਹੁਵਚਨ ਬਣ ਜਾਵੇਗਾ। ਪਾਈ ਹੋਰ ਕਿਆ ਕੋ ਕਰੇ ਚਤੁਰਾਈ, ਕਿਰਿਆ ਹੈ ਚਾਲੇ ਚੱਲਦੇ ਹਾਂ। ਤੋ ਇਸ ਲਈ ਇਸ ਨੂੰ ਚਾਲੇ ਪੜਾਂਗੇ ਤੇ ਇਹਦਾ ਸ਼ੁੱਧ ਉਚਾਰਨ ਔਰ ਅਰਥ ਵੀ ਸਪਸ਼ਟ ਹੋਣਗੇ। ਹਮ ਢਾਡੀ ਹਰ ਪ੍ਰਭ ਖਸਮ ਕੇ ਨਿਤ ਗਾਵੇਂ ਹਰ ਗੁਣ ਛੰਤਾ। ਨਿਤ ਗਾਵੇਂ ਗਾਉਂਦੇ ਹਾਂ ਬਹੁਤ ਸਾਰੇ ਗੁਣ। ਤੋ ਗਾਵੇਂ ਦੇ ਹਾਏ ਦੇ ਪਿੱਛੇ ਵੀ ਸਿਆਰੀ ਅਤੇ ਬਿੰਦੀ ਵਾਂਗ ਉਚਾਰਨ ਕਰਨਾ ਹੈ। ਹਮ ਢਾਡੀ ਹਰ ਪ੍ਰਭ ਖਸਮ ਕੇ ਨਿਤ ਗਾਵੇਂ ਹਰ ਗੁਣ ਛੰਤਾ। ਇਸ ਤਰ੍ਹਾਂ ਹਰ ਨਾਮ ਸਲਾਹੇ ਦਿਨ ਰਾਤ ਇਹ ਆਸ ਆਧਾਰੋ, 450 ਪੰਨੇ। ਹਾਂ, ਹਰ ਨਾਮ ਸਲਾਹੇ, ਸੱਸਾ ਲੱਲਾ ਕੰਨਾ ਹਾ ਮੁਕਤਾ ਅਤੇ ਹਾ ਮੁਕਤਾ ਦੋ ਹਾ ਆਏ ਨੇ। ਤੋ ਆਖਰੀ ਹਾ ਦੇ ਪਿੱਛੇ ਸਿਆਰੀ ਅਤੇ ਬਿੰਦੀ ਦਾ ਉਚਾਰਨ ਹੋਵੇਗਾ। ਹਰ ਨਾਮ ਸਲਾਹੇ ਮੈਨੇ ਪਰਮਾਤਮਾ ਨਾਮ ਸਲਾਹੁੰਦੇ ਹਾਂ ਦਿਨ ਰਾਤ, ਦਿਨ ਰਾਤ ਇਹ ਆਸ ਆਧਾਰੋ। ਇਹਨਾਂ ਕਿਰਿਆਵਾਚੀ ਸ਼ਬਦਾਂ ਬਿੰਦੀ ਲੱਗੀ ਵਾਂਗ ਉਚਾਰਨ ਕਰਕੇ ਅਰਥ ਹੋਣਗੇ ਸਰੇਵੇਂ, ਉਚਾਰੇ, ਚਲਾਏ, ਕरें। ਤੋ ਇਹ ਅਸੀਂ ਧਿਆਨ ਦੇਣਾ ਹੈ ਕਿ ਇਹ ਜਿਹੜੇ ਲਫ਼ਜ਼ ਨੇ ਇਹਨਾਂ ਨੂੰ ਇਸ ਤਰ੍ਹਾਂ ਕਰ ਹਾਂ, ਚਲਾ ਹਾਂ, ਇਸ ਤਰ੍ਹਾਂ ਦੇ ਉਚਾਰਨ ਨਹੀਂ ਕਰਨੇ, ਉਹ ਗਲਤ ਉਚਾਰਨ ਨੇ। ਤੋ ਇਹ ਸਹੀ ਉਚਾਰਨ ਹਨ ਕਿ ਆਖਰੀ ਮੁਕਤੇ ਹਾਏ ਦੇ ਪਿੱਛੇ ਸਿਆਰੀ ਉੱਤੇ ਬਿੰਦੀ ਦਾ ਉਚਾਰਨ ਕਰਨਾ ਹੈ। ਜਦੋਂ ਕਰਤਾ ਉਤਮ ਪੁਰਖ ਬਹੁਵਚਨ ਅਤੇ ਭਵਿੱਖਤ ਕਾਲ ਹੋਵੇ ਤਾਂ ਵੀ ਉਸ ਦੀ ਕਿਰਿਆ ਦਾ ਅੰਤਲਾ ਹਾ ਮੁਕਤਾ ਹੁੰਦਾ ਹੈ ਅਤੇ ਇਸ 'ਤੇ ਵੀ ਸਿਆਰੀ ਸਹਿਤ ਬਿੰਦੀ ਦਾ ਉਚਾਰਨ ਅਤੇ ਅਰਥ ਬਿੰਦੀ ਵਾਲੇ ਹੀ ਕਰਨੇ ਬਣਦੇ ਹਨ। ਇਹ ਕਦੋਂ? ਜਦੋਂ ਕਰਤਾ ਉਤਮ ਪੁਰਖ ਪਹਿਲਾ ਪੁਰਖ ਹੋਵੇ, ਬਹੁਵਚਨ ਹੋਵੇ ਅਤੇ ਉਹ 'ਤੇ ਭਵਿੱਖਤ ਕਾਲ ਹੋਵੇ ਤਾਂ ਵੀ ਉਸ ਦੀ ਕਿਰਿਆ, ਉਹਦੇ ਨਾਲ ਜਿਹੜੀ ਕਿਰਿਆਵਾਚੀ ਸ਼ਬਦ ਲੱਗਾ ਹੋਇਆ ਹੈ ਉਹ ਹਾ ਮੁਕਤਾ ਹੁੰਦਾ ਹੈ। ਜਿਵੇਂ ਪੰਕਤੀਆਂ ਹਨ 1165 ਪੰਨੇ ਦੀ। ਦੁਸ਼ਟ ਸਵਾ ਮਿਲ ਮੰਤਰ ਉਪਾਇਆ ਕਰਸੇ ਔਦ ਕਨੇਰੀ ਕੱਕਾ ਰਾਰਾ ਸੱਸਾ ਹਾ। ਇਹਦਾ ਉਚਾਰਨ ਕਰਸੇ ਹੋਏਗਾ, ਹਾਏ ਪਿੱਛੇ ਸਿਆਰੀ ਅਤੇ ਉੱਤੇ ਬਿੰਦੀ ਦਾ ਕਰਸੇ ਔਦ ਕਨੇਰੀ। ਤੋ ਇਹ ਧਿਆਨ ਦੇਣਾ ਹੈ ਇਸ ਗੱਲ ਨੂੰ
कि ये हा जड़ा आखिर ते मुक्ता आउंदा है, अगर वो क्रियावाची लफ्ज़ है, वो चाहे एक वचन नाल है, चाहे बहुवचन नाल है, चाहे भविष्यत काल है, चाहे प्रेजेंट वर्तमान काल है, ਉਹਦੇ ਹਾਏ ਦੇ ਪਿੱਛੇ ਸਿਆਰੀ ਅਤੇ ਉੱਤੇ ਬਿੰਦੀ ਦਾ ਉਚਾਰਨ ਕਰਕੇ ਇਹ ਸ਼ੁੱਧ ਪਾਠ ਬਣਦਾ ਹੈ ਔਰ ਅਰਥ ਵੀ ਸ਼ੁੱਧ ਨਿਕਲਦੇ ਹਨ। ਇਸ ਤਰ੍ਹਾਂ ਸਥਾਨਵਾਚੀ ਪੜਨਾਮ ਸਥਾਨਵਾਚੀ ਜਿਹਦੇ ਵਿੱਚ ਕਿਸੇ ਥਾਂ ਵਗੈਰਾ ਦਾ ਕੋਈ ਜ਼ਿਕਰ ਹੋਵੇ, ਜਿਵੇਂ ਜਹ ਕਹੇ ਤਹ ਅਸੀਂ ਪੜ੍ਹਦੇ ਹਾਂ, ਤੇ ਪਰ ਸ਼ਬਦ ਜਿਹੜਾ ਲਿਖਤ ਵਿੱਚ ਹੈ ਉਹ ਇਸ ਤਰ੍ਹਾਂ ਹੈ, ਜੱਜਾ ਹਾ ਮੁਕਤਾ, ਕੱਕਾ ਹਾ ਮੁਕਤਾ, ਤੱਤਾ ਹਾ ਮੁਕਤਾ, ਕੱਕਾ ਹਾ ਮੁਕਤਾ। ਇਸ ਤਰ੍ਹਾਂ ਦੇ ਜਿਹੜੇ ਲਫ਼ਜ਼ ਹਨ ਇਹ ਸਥਾਨਵਾਚੀ ਪੜਨਾਮ ਹਨ। ਇਹਨਾਂ ਦਾ ਉਚਾਰਨ ਜਿਹੇ ਜੱਜੇ ਪਿੱਛੇ ਸਿਆਰੀ ਦੀ ਤਰ੍ਹਾਂ ਨਹੀਂ ਕਰਨਾ। ਜਿਹੇ ਕਹੇ ਤਹ ਇਹਨਾਂ ਦਾ ਉਚਾਰਨ ਇਹ ਸ਼ੁੱਧ ਨਹੀਂ ਹੈ। ਉਹ ਉਚਾਰਨ ਉਦੋਂ ਹੋਵੇਗਾ ਜਦੋਂ ਜੱਜੇ ਪਿੱਛੇ ਸਿਆਰੀ ਲਿਖੀ ਹੋਵੇ ਗੁਰਬਾਣੀ ਵਿੱਚ। ਜੱਜਾ ਸਿਆਰੀ ਹਾ ਹੋਵੇ ਤਦੋਂ ਜਿਹੇ ਪੜ੍ਹਨਾ ਹੈ, ਤੱਤਾ ਹਾ ਸਿਆਰੀ ਹੋਵੇ ਤਹ ਪੜ੍ਹਨਾ ਹੈ, ਕੱਕਾ ਹਾ ਸਿਆਰੀ ਹੋਵੇ ਕਹ ਪੜ੍ਹਨਾ ਹੈ। ਪਰ ਜਦੋਂ ਇਹ ਦੋਏ ਅੱਖਰ ਮੁਕਤ ਨੇ, ਜੱਜਾ ਹਾ ਦੋਏ ਮੁਕਤੇ ਨੇ, ਉਦੋਂ ਅਸੀਂ ਇਸਨੂੰ ਜਹਾਂ ਕਹਾਂ ਤਹਾਂ ਪੜ੍ਹਨਾ ਇਸ ਤਰ੍ਹਾਂ ਜਿਵੇਂ ਹਾਹੇ ਅੱਗੇ ਕੰਨਾਂ 'ਤੇ ਬਿੰਦੀ ਲੱਗੀ ਹੋਵੇ। ਹੁਣ ਕਈ ਸਵਾਲ ਕਰਦੇ ਨਹੀਂ ਜੀ ਗੁਰਬਾਣੀ ਕੋਈ ਗਲਤ ਲਿਖੀ ਗਈ ਹੈ ਕਿ ਜਿਸ ਤਰ੍ਹਾਂ ਲਿਖੀ ਉਸ ਤਰ੍ਹਾਂ ਪੜ੍ਹਨੀ ਚਾਹੀਦੀ ਹੈ। ਤਾਂ ਅਸੀਂ ਪਹਿਲਾਂ ਵਿਚਾਰ ਕਰ ਚੁੱਕੇ ਹਾਂ ਕਿ ਅੰਤ ਨਾ ਸਿਫਤੀ ਕਹਿਣ ਨਾ ਅੰਤ ਵਿੱਚ ਅਸੀਂ ਨਾ ਪੜ੍ਹਦੇ ਹਾਂ, ਪਰ ਉੱਥੇ ਖਾਲੀ ਨੰਨਾ ਲਿਖਿਆ ਹੋਇਆ ਹੈ। ਅਸੀਂ ਨੰਨੇ ਦੇ ਅੱਗੇ ਕੰਨਾਂ ਬਿੰਦੀ ਲਗਾ ਕੇ ਸਾਰੇ ਉਚਾਰਨ ਕਰਦੇ ਹਾਂ ਜਿਹੜਾ ਕਿ ਸ਼ੁੱਧ ਹੈ। ਇਸ ਤਰ੍ਹਾਂ ਸ਼ਬਦੋ ਤਾਂ ਗਾਵੋ ਹਰੀ ਕੇਰਾ, ਹੁਣ ਸ਼ਬਦੋ ਤਾਂ ਨਹੀਂ ਲਿਖਿਆ, ਇੱਥੇ ਤੱਤਾ ਮੁਕਤਾ ਲਿਖਿਆ ਹੈ, ਪਰ ਇਸ ਤੱਤੇ ਅੱਗੇ ਕੰਨਾਂ ਦੇ ਬਿੰਦੀ ਦਾ ਉਚਾਰਨ ਸਾਰੇ ਕਰਦੇ ਹਾਂ। ਸ਼ਬਦੋ ਤਾਂ ਗਾਵੋ ਹਰੀ ਤਾਂ ਪੜ੍ਹਦੇ ਹਾਂ, ਉਹ ਤਾਂ ਬਣਦਾ ਅੱਗੇ ਕੰਨਾਂ ਦੇ ਬਿੰਦੀ ਲਗਾਈਏ, ਲਿਹਾਜ਼ਾ ਇਹ ਸ਼ੁੱਧ ਹੈ, ਇਹ ਗਲਤੀ ਨਹੀਂ ਹੈ। ਤੋ ਇਹ ਲੱਗਾ ਮਾਤਰਾ ਅਸੀਂ ਅਗਰ ਧਿਆਨ ਦੇ ਕੇ ਪੜ੍ਹੀਏ तो फिर साड़ी सुरती शब्द की विचार विच भी जाएगी। शायद गुरु साहब ने या उस वक्त की शायद लिखत ही ऐसी होंदी हुई हो, व्याकरण ही ऐसी हुई होंदी हुए, तो गुरु साहब ने बाणी विच ये चीज़ां जिहड़ियां ने ये जिहड़ियां सानूं पूरियां करनियां पैंदियां उच्चारण करदे या अर्थ करदे टाइम, ये कोई गलती नहीं गुरु साहब की कि उन्होंने गलत लिखा, ऐसा नहीं है। हुण जिस तरह सा पैर बिंदी, जा पैर बिंदी, फा पैर बिंदी, ला पैर बिंदी, ये बिंदियां बाद विच ये लगा के शब्दों के उच्चारण बनाए गए, क्योंकि उर्दू बोली के लफ्ज़ फारसी पर्शियन बोली जो लफ्ज़ आए सन उन्होंने जो जे शीन जवाद आदि ये लफ्ज़ पंजाबी की उच्चारण करने वाला कोई अखर नहीं सन, इस वास्ते ये बनाए गए सन बाद विच। तो उस वक्त गुरु साहब ने शाह नूं सा ही लिखिया, तो खा नूं खा ही लिखिया, तो इस वास्ते ये गलती नहीं की जा सकती असीं। तो ये जिहड़े उच्चारण हैं ये असीं इस तरह करने, हर प्रभ वेखै सदा हदूर, गुर प्रसाद रहा भरपूर, जहाँ जाऊँ तहाँ वेखां सोए। हुण इत्थे जहाँ जज्जा हा कन्ना लगा होया है, असीं जहाँ तो नहीं ना पढ़ना, कन्ने पर बिंदी का उच्चारण करके जहाँ पढ़ना है। जहाँ माने जिथे, जहाँ जाऊँ जिथे मैं जावां तहाँ वेखां सोए। तो हुण अगला लफ्ज़ तहाँ ही है, जहाँ के मुकाबले भी तहाँ लफ्ज़ है, वे जिथे मैं जांदा तहाँ वेखां सोए, उत्थे तेनों वेखदा हां, जिथे ते उत्थे। हुण तहाँ दे हा नूं कन्ना बिंदी नहीं लगी हुई, इत्थे खाली तत्ता मुक्ता हा मुक्ता है। तो इत्थे असीं पढ़ना इस तरह ही है जिस तरह जहाँ लिखिया जज्जा हा कन्ना लिखिया होया है बाकायदा गुरबाणी विच। तो लिहाजा इसनूं भी असीं तत्ते दे अगे भी कन्ना ते बिंदी का उच्चारण करांगे, जहाँ जाऊँ तहाँ वेखां सोए, गुर बिन दाता अवर न कोई। इस तरह एक पंक्ति है, जहाँ जहाँ अवसर आए बनियो है तहाँ तहाँ हर त्यायो। जिथे जिथे भी सानू अवसर मिलता, सुभाग बनता है, तो उत्थे असी उस परमात्मा नूं ध्याउंदे हां। जहाँ जहाँ मैंने जिथे जिथे, तो इत्थे लिखिया होया जज्जा मुक्ता हा मुक्ता दोए जहाँ इस तरह लिखे हुए हैं। अगे तहाँ तहाँ दे तुसीं देखोगे ये पंक्ति जे 498 पन्ने ते 5वें पातशाह जी दी, इस पुक्ति विच पिछे जिथे जहाँ जहाँ बिना कन्ने बिंदी लिखिया होया है उत्थे तहाँ तहाँ कन्ना लगा के लिखिया होया है। यानी सीधा सीधा इशारा है कि ये जिहड़े लफ्ज़ ने इन्हां दे अगे कन्ना बिंदी उच्चारण करना है। जहाँ जहाँ अवसर आए बनियो है तहाँ तहाँ हर त्यायो, तहाँ तहाँ दे असीं कन्ना कोलों नहीं लगाया, गुरबाणी च लगा होया केवल बिंदी उपर उच्चारण हुई है, तहाँ तहाँ हर त्यायो। इस तरह पिछे जज्जा मुक्ता हा मुक्ता लिखिया जहाँ जहाँ, तो उत्थे भी कन्ना बिंदी लगा के ही सही असी उच्चारण बनता है, वही असी उच्चारण करांगे। इसनूं कोई गलती ना समझा जाए, क्योंकि इहदे नाल ही सही अर्थ बनते हैं। जिहे तह कहे उत्थे उच्चारण करांगे जिथे इन्हां जज्जे पिछे सियारी लगी होवे गुरबाणी विच, तां जिहे कहे ते पढ़ना है। लेकिन आम पाठी जिहड़े ने इन्हां शब्दां नूं जिहे कहे ते ही पढ़दे ने, जिहड़ा कि गलत उच्चारण है उहदे अर्थ भी सही नहीं बनते। तो इन्हां लफ्ज़ां दा उच्चारण जहाँ कहाँ
तहाँ करना है, ऐसा गुरबाणी 'ਚ लिख के भी दसिया गया है गुरबाणी ਵਿੱਚ। जिस तरह ਹੁਣ ਤਨਾਸਰੀ ਮਹਿਲਾ ਪੰਜਵਾਂ ਪੜ੍ਹਦੇ ਹਾਂ, ਪਰ ਉੱਥੇ 5 ਲਿਖਿਆ ਹੁੰਦਾ ਹੈ ਗਿਣਤੀ ਦਾ, ਪਰ ਅਸੀਂ 5 ਗਿਣਤੀ ਦੇ ਨੂੰ ਪੰਜਵਾਂ ਪੜ੍ਹਦੇ ਹਾਂ। ਉਹ ਪੱਪਾ ਜੱਜਾ ਬੱਬਾ ਕੰਨਾ ਪੰਜਵਾਂ ਅਸੀਂ ਉੱਪਰ ਟੀਪੀ ਅਸੀਂ ਕੋਲ ਵੀ ਲਾਉਂਦੇ ਹਾਂ ਨਾ, 5 नहीं पढ़ते, क्योंकि वो शुद्ध उच्चारण पंजवां है। वो शुद्ध उच्चारण पंजवां क्यों है? ये कई जगह ते 5 लिख के गिनती का, फिर अगे पंजवां पंजाबी विच भी गुरमुखी विच भी लिखा हुआ है, इशारा दिता हुआ है कि इसनूं असीं पंजवां पढ़ना है। घर पहला, घर लिख के अगे 1 लिखा होंदा है गिनती का, पर असीं इसनूं पहला पढ़ते हैं, कोलों पहला पढ़ते हैं, क्योंकि पहला पढ़ना शुद्ध है। कई जगह ते गुरु साहब ने बाणी विच वो पहला गुरमुखी विच लिख के भी इशारा दिता होया है कि ये इस तरह पढ़ना है। तो ये सन जी कुछ गुरबाणी अर्थ विचार लई नियम जिन्होंने असी विचारे है। उंज ते होर भी बहुत सारे नियम ने, लेकिन आम व्यक्ति वास्ते वो इतने विचारने जरूरी नहीं जितने कि कथावाचकों लई हैं। तो कथावाचक के तकरीबन ये नियम पढ़ते ही ने, कुछ जिहड़े इन्होंने नियमों की उलंघना करते सन, ये और बाणी के अर्थों के अनर्थ हो रहे सन। इस वास्ते मैं ये विषय छेड़िया सी, जिसकी अज असीं समाप्ति करांगे। कल तो असीं गुरबाणी शुद्ध उच्चारण दीयां कुछ वणगियां जिहड़ियां आपस में साझियां करांगे। ते बहुत थावां ते असीं गुरबाणी का उच्चारण बड़ा गलत करते हैं, उहदे अर्थ बड़े गलत निकलते हैं। तो कल तो असीं वो विषय करांगे। वाहिगुरू जी का खालसा, वाहिगुरू जी की फतेह।